परम सत्कारयोग सतगुरां दी साजी और नवाजी हुई साध संगत जीओ, आप माई भाई कापी समेतों सतगुरां दे चरणां दे विच बैठ करके गुरबाणी सरवण करते आ रहे हो। बड़े कर्मां वाले हो, आओ सारे ही रल मिल के गुरबाणी दियां विचारां करिए। की कहंदे ने भगत कबीर जी गौड़ी राग दे विच शब्द दे विच, कबीर जी गौड़ी क्या जप क्या तप क्या बरत पूजा, जाकै हृदय पाव है दूजा। की लाभ है बंदगी दा, की तपस्या दा अते की उपास ते की परतसादा उसनू, जिस दे दिल विच होरस दी प्रीत है। महाराज जी कहते जे होर दी प्रीत है ना वाहिगुरु परमेश्वर नू छड्ड के, क्या जप की लाभ है जप दा, की लाभ है तप दा, की लाभ है बरत दा। तां सतगुरु जी कहंदे जिस दे दिल विच होरस दी प्रीत है, रे जन मन माधो स्यों लाइए, चितराई ना चतर पुज पाइए रहाओ। हे बंदे अपने चित्त नू माया दे पति नाल जोड़। माया दा पति कौन? अकाल पुरख वाहिगुरु परमेश्वर। ओ परमेश्वर दे नाल अपनी बिरती नू जोड़ ला। चलाकी राही चौ बाहां वाला प्रभु स्वामी प्राप्त नहीं हुंदा रहाओ। पर हर लोभ अर लोकाचार, पर हर काम क्रोध अहंकार। भगत कबीर जी कहते लालच ते संसारी रस्तियां नू छड्ड दे, विसे भोग गुस्सा ते गुरूर नू त्याग दे। कर्म करत बदेया मेवा, मिल पाथर की करही सेवा। कर्म कांड करन द्वारा आदमी हंकार नाल बज जांदा। जिहड़ा कर्मा कांडां दे विच पै जांदा वो हंकार कर लैंदा, हंकारी हो जांदा। कबीर जी आखदे हन, कहंदे ओ कट्ठे हो के पत्थर दी पूजा करदे ने। कहे कबीर भगत कर पाया, भोले पाए मिले रग राया। कबीर जी आखदे हन अनुराग द्वारा साईं पाया जाता है, भगती द्वारा
ਉਹ ਪਰਮੇਸ਼ਰ ਪਾਇਆ ਜਾਂਦਾ ਹੈ। ਭੋਲੇਪਣ ਰਾਹੀਂ ਰਾਘਵਾ ਦਾ ਰਾਜ ਵਾਹਿਗੁਰੂ ਪਰਮੇਸ਼ਰ ਮਿਲਦਾ। ਭੋਲੇ ਭਾਲੇ ਹੰਕਾਰ ਈਰਖਾ ਦਵੈਸ ਨਿੰਦਿਆ ਚੁਗਲੀ ਛੱਡ ਕੇ ਸਾਰਾ ਕੁਝ ਛੱਡ ਕੇ ਜਦੋਂ ਭਗਤੀ ਕਰਾਂਗੇ ਫਿਰ ਵਾਹਿਗੁਰੂ ਪਰਮੇਸ਼ਰ ਮਿਲ ਜਾਂਦਾ ਹੈ। ਗੌੜੇ ਕਬੀਰ ਜੀ ਭਗਤ ਕਬੀਰ ਜੀ ਗੌੜੀ ਰਾਗ ਦੇ ਵਿੱਚ ਫਰਮਾਨ ਕਰਦੇ ਨੇ, ਗਰਭ ਬਾਸ ਮੈਂ ਕੁਲ ਨਹੀਂ ਜਾਤੇ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਭਗਤ ਕਬੀਰ ਜੀ ਕਹਿੰਦੇ ਬੱਚੇ ਦਾਨੀ ਦੇ ਵਸੇਵੇ ਅੰਦਰ ਪ੍ਰਾਣੀ ਦਾ ਕੋਈ ਵੰਸ਼ ਜਾਂ ਜਾਤ ਗੁੱਤ ਨਹੀਂ। ਜਦੋਂ ਬੱਚਾ ਮਾਤਾ ਦੇ ਗਰਭ ਦੇ ਵਿੱਚ ਹੁੰਦਾ, ਬੱਚੇ ਦਾਨੀ ਦੇ ਵਿੱਚ ਹੁੰਦਾ, ਉਹਦੀ ਕੋਈ ਵੰਸ਼ ਨਹੀਂ ਹੈ, ਕੋਈ ਜਾਤ ਨਹੀਂ ਹੁੰਦੀ, ਕੋਈ ਗੋਤ ਨਹੀਂ ਹੁੰਦਾ। ਔਰ ਬ੍ਰਹਮ ਬਿੰਦ ਤੇ ਸਭ ਉਤਪਤੀ, ਕਹਿੰਦੇ ਪ੍ਰਭੂ ਦੇ ਬੀਜ ਤੋਂ ਸਾਰੇ ਪੈਦਾ ਹੋਏ ਨੇ। ਕਹੋ ਰੇ ਪੰਡਤ ਬਾਮਣ ਕਬ ਕੇ ਹੁਏ, ਬਾਮਣ ਕਹਿ ਕੇ ਜਨ ਮਤ ਖੋਏ ਰਹਾਓ। ਭਗਤ ਕਬੀਰ ਜੀ ਕਹਿੰਦੇ ਦਸ ਹੇ ਪੰਡਤ, ਭਗਤ ਕਬੀਰ ਜੀ ਕਹਿੰਦੇ ਹੇ ਪੰਡਤ ਦਸ ਤੂੰ ਕਦੋਂ ਦਾ ਬ੍ਰਾਹਮਣ ਹੋਇਆ ਹੈ, ਮੈਨੂੰ ਇਹ ਦੱਸ। ਕਹਿੰਦੇ ਤੂੰ ਬ੍ਰਾਹਮਣ ਕਦੋਂ ਦਾ ਹੋਇਆ ਹੈ। ਆਪਣੇ ਆਪ ਨੂੰ ਬ੍ਰਾਹਮਣ ਆਖ ਕੇ ਆਪਣੀ ਜ਼ਿੰਦਗੀ ਬਰਬਾਦ ਨਾ ਕਰ ਰਹਾਓ। ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤੋ ਆਨ ਬਾਟ ਕਾਹੇ ਨਹੀਂ ਆਇਆ। ਜੇ ਤੂੰ ਬ੍ਰਾਹਮਣੀ ਮਾਤਾ ਦਾ ਜਣਿਆ ਹੋਇਆ ਬ੍ਰਾਹਮਣ ਹੈ, ਤਾਂ ਤੂੰ ਕਿਸੇ ਹੋਰ ਰਸਤੇ ਦੁਆਰਾ ਕਿਉਂ ਨਹੀਂ ਆਇਆ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋ ਤੁਮ ਕਤ ਦੂਦ। ਭਗਤ ਕਬੀਰ ਜੀ ਕਹਿੰਦੇ ਤੂੰ ਕਿਸ ਤਰ੍ਹਾਂ ਬ੍ਰਾਹਮਣ ਹੈ ਅਤੇ ਮੈਂ ਕਿਸ ਤਰ੍ਹਾਂ ਸ਼ੂਦਰ ਹਾਂ। ਉਸ ਸਮੇਂ ਕਬੀਰ ਨੂੰ ਸ਼ੂਦਰ ਕਹਿੰਦੇ ਸੀ। ਕਹਿੰਦੇ ਇਹ ਦੱਸ ਵੀ ਤੂੰ ਬ੍ਰਾਹਮਣ ਕਿਵੇਂ ਆ ਤੇ ਮੈਂ ਸ਼ੂਦਰ ਕਿਵੇਂ ਆ। ਮੈਂ ਕਿਸ ਤਰ੍ਹਾਂ ਲਹੂ ਦਾ ਹਾਂ ਤੇ ਤੂੰ ਕਿਸ ਤਰ੍ਹਾਂ ਤੂੰ ਦੁੱਧ ਦਾ ਹੈ। ਕਹਿੰਦੇ ਤੂੰ ਐਂ ਦੱਸ ਵੀ ਮੇਰੇ ਵਿੱਚ ਲਹੂ ਚੱਲਦਾ, ਵੀ ਤੇਰੇ ਵਿੱਚ ਕਿਹੜਾ ਦੁੱਧ ਚੱਲਦਾ, ਤੇਰੇ ਵਿੱਚ ਵੀ ਲਹੂ ਹੀ ਚੱਲਦਾ। ਕਹੈ ਕਬੀਰ ਜੋ ਬ੍ਰਹਮ ਵਿਚਾਰੈ, ਸੋ ਬ੍ਰਾਹਮਣ ਕਹੀਤ ਹੈ ਹਮਾਰਾ। ਕਬੀਰ ਜੀ ਆਖਦੇ ਹਨ ਜੋ ਪ੍ਰਭੂ ਦਾ ਆਰਾਧਨ ਕਰਦਾ ਹੈ, ਸਾਡੇ ਵਿੱਚ ਕੇਵਲ ਉਹ ਬ੍ਰਾਹਮਣ ਆਖਿਆ ਜਾਂਦਾ। ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਨੇ, ਕਹਿੰਦੇ ਸਾਡੇ ਵਿੱਚ ਉਹ ਬ੍ਰਾਹਮਣ ਆਖਿਆ ਜਾਂਦਾ। ਬ੍ਰਾਹਮਣ ਨੂੰ ਉੱਚਾ ਆਖਿਆ ਜਾਂਦਾ ਸੀ। ਗਿਆਨਵਾਨ ਹੁੰਦਾ ਸੀ ਜਿਹੜਾ, ਜਿਹਨੂੰ ਗਿਆਨ ਸੀ, ਭਗਤੀ ਕਰਦਾ ਸੀ, ਉਸ ਸਮੇਂ ਉਸ ਨੂੰ ਬ੍ਰਾਹਮਣ ਆਖਿਆ ਜਾਂਦਾ ਸੀ। ਗੌੜੇ ਕਬੀਰ ਜੀ, ਭਗਤ ਕਬੀਰ ਜੀ ਫਰਮਾਨ ਕਰਦੇ ਨੇ, ਅੰਧਕਾਰ ਸੁਖ ਕਬੂ ਨਾ ਸੋਈ ਹੈ,
ਰਾਜਾ ਰੰਕ ਦੋ ਮਿਲ ਰੋਈ ਹੈ। ਭਗਤ ਕਬੀਰ ਜੀ ਕਹਿੰਦੇ ਆਤਮਕ ਹਨੇਰੇ ਅੰਦਰ ਆਦਮੀ ਕਦਾ ਚਿੱਤ ਆਰਾਮ ਅੰਦਰ ਨਹੀਂ ਸੌ ਸਕਦਾ। ਪਾਤਸ਼ਾਹ ਤੇ ਕੰਗਾਲ ਦੋਵੇਂ ਇੱਕ ਸਾਰ ਰੋਂਦੇ ਨੇ। ਜੋ ਪੈ ਰਸਨਾ ਰਾਮ ਨ ਕਬੋ, ਉਪਜਤ ਬਿਨਸਤ ਹੋਵਤ ਰਹਿਬੋ ਰਹਾਉ। ਜਦ ਤਾਈਂ ਇਨਸਾਨ ਦੀ ਜੀਵ ਸਾਹਿਬ ਦੇ ਨਾਮ ਦਾ ਉਚਾਰਨ ਨਹੀਂ ਕਰਦੀ, ਉਹ ਆਉਂਦਾ ਜਾਂਦਾ ਤੇ ਬਿਰਲਾਪ ਕਰਦਾ ਰਹਿੰਦਾ ਹੈ। ਜਿੰਨਾ ਚਿਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਨਹੀਂ ਕਰਦੀ, ਉਹਨਾਂ ਚਿਰ ਆਉਂਦਾ ਤੇ ਜਾਂਦਾ ਅਤੇ ਬਿਰਲਾਪ ਕਰਦਾ ਰਹਿੰਦਾ ਹੈ। ਜਸ ਦੇਖੀਏ ਤਰਬਰ ਕੀ ਸਾਇਆ, ਪ੍ਰਾਣ ਗਏ ਕਉ ਕਾਕੇ ਮਾਇਆ। ਦੌਲਤ ਜੋ ਦਰਖਤ ਦੀ ਸਾਹ ਦੀ ਤਰ੍ਹਾਂ ਜਪਦੀ ਆ, ਦੌਲਤ ਦਰਖਤ ਦੀ ਸਾਹ ਦੀ ਤਰ੍ਹਾਂ ਜਪਦੀ ਆ। ਦੱਸੋ ਖਾਂ ਜਦ ਜ਼ਿੰਦਗੀ ਕੂਚ ਕਰ ਜਾਂਦੀ ਹੈ, ਕਿਹਦੀ ਹੋਏਗੀ। ਜਸ ਜੰਤੀ ਮੈਂ ਜਿਉ ਸਮਨਾ, ਮੂਏ ਮਰਮ ਕੋ ਕਾ ਕਰ ਜਾਨਾ। ਜਿਸ ਤਰ੍ਹਾਂ ਆਵਾਜ਼ ਸਾਜ਼ ਅੰਦਰ ਰਮੀ ਹੋਈ ਆ, ਜਿਸ ਤਰ੍ਹਾਂ ਸਾਜ਼ ਦੇ ਵਿੱਚ ਆਵਾਜ਼ ਰਮੀ ਹੋਈ ਹੈ, ਇਸੇ ਤਰ੍ਹਾਂ ਜਿੰਦ ਜਾਨ ਇਹ ਸਰੀਰ ਅੰਦਰ ਹੈ। ਮੂਏ ਮਰਮ ਕੋ ਨਾ ਜਾਣਾ, ਇਸ ਲਈ ਮਰਿਆ ਹੋਇਆ ਦੇ ਭੇਦ ਨੂੰ ਕੋਈ ਕਿਸ ਤਰ੍ਹਾਂ ਜਾਣ ਸਕਦਾ ਹੈ। ਮਰਿਆ ਹੋਇਆ ਦੇ ਭੇਦ ਨੂੰ ਕਿਸ ਤਰ੍ਹਾਂ ਜਾਣ ਸਕਦਾ ਹੈ। ਹੰਸਾ ਸਰਬਰ ਕਾਲ ਸਰੀਰ, ਰਾਮ ਰਸਨ ਪਿਓ ਰੇ ਕਬੀਰ। ਜਿਸ ਤਰ੍ਹਾਂ ਰਾਜ ਹੰਸ ਝੀਲ ਦੇ ਲਾਗੇ ਤਾਗੇ ਫਿਰਦਾ ਹੈ, ਇਸ ਤਰ੍ਹਾਂ ਹੀ ਮੌਤ ਬੰਦੇ ਦੇ ਸਰੀਰ ਦੇ ਉੱਤੇ ਮੰਡਲਾਉਂਦੀ ਫਿਰਦੀ ਆ। ਇਹ ਜਿਹੜੀ ਮੌਤ ਆ ਨਾ, ਇਹ ਸਾਡੇ ਸਰੀਰ ਦੇ ਉੱਤੇ ਘੁੰਮਦੀ ਫਿਰ ਰਹੀ ਆ, ਸਾਰਿਆਂ ਦੇ ਉੱਪਰ। ਤਾਂ ਗੁਰਮੁਖ ਪਿਆਰਿਓ, ਇਹ ਜਿੰਨਾ ਚਿਰ ਇਹਦੇ ਅੰਦਰ ਪ੍ਰਮਾਤਮਾ ਹੈ ਨਾ, ਉਨਾ ਚਿਰ ਇਹ ਮੌਤ ਬੰਦੇ ਦੇ ਲਾਗੇ ਨਹੀਂ ਲੱਗਦੀ। ਜਦੋਂ ਪ੍ਰਮਾਤਮਾ ਇੱਧਰ ਉੱਧਰ ਹੋਇਆ, ਉਸੇ ਸਮੇਂ ਝਪਟ ਮਾਰ ਜਾਂਦੀ। ਆਖੋ ਸਤਨਾਮ। ਜਿਵੇਂ ਬੱਚੇ ਦੇ ਹੱਥ ਦੇ ਵਿੱਚ ਰੋਟੀ ਹੁੰਦੀ ਹੈ, ਨਿੱਕੇ ਜਿਹੇ ਦੇ, ਛੋਟਾ ਜਿਹਾ ਬੱਚਾ ਹੱਥ ਦੇ ਵਿੱਚ ਰੋਟੀ ਲਈ ਫਿਰਦਾ, ਉਹਦੇ ਉੱਪਰ ਕਾਉਂ ਘੁੰਮਦੇ ਫਿਰਦੇ ਨੇ। ਜਿੰਨਾ ਚਿਰ ਉਹ ਬੱਚੇ ਦਾ ਰੋਟੀ ਵੱਲ ਧਿਆਨ ਆ, ਉਹਨਾਂ ਚਿਰ ਤਾਂ ਨਹੀਂ। ਜਦੋਂ ਉਹਦਾ ਧਿਆਨ ਮਾੜਾ ਜਿਹਾ ਪਰਾਂ ਚਲਿਆ ਗਿਆ ਨਾ, ਜਦੀ ਜਾਨਵਰਾਂ ਨੇ ਝਵੱਟ ਮਾਰ ਕੇ ਰੋਟੀ ਖੋਹ ਕੇ ਲੈ ਜਾਣੀ ਹੈ। ਇਸੇ ਤਰ੍ਹਾਂ ਮੌਤ ਸਾਡੇ ਸਾਰਿਆਂ ਦੇ ਸਿਰਾਂ ਦੇ ਉੱਤੇ ਘੁੰਮ ਰਹੀ ਆ। ਜਿੰਨਾ ਚਿਰ ਪਰਮਾਤਮਾ
ਹਾਜ਼ਰ ਨਾਜ਼ਰ ਸਰੀਰ ਦੇ ਵਿੱਚ ਉਹਨਾਂ ਚਿਰ ਮੌਤ ਲਾਗੇ ਨਹੀਂ ਲੱਗਦੀ। ਤਾਂ ਗੁਰਮੁਖ ਪਿਆਰਿਓ, ਅੱਗੇ ਫਰਮਾਨ ਕਰਦੇ ਨੇ, ਆਰਾਮ ਰਸਾਇਣ ਪੀਓ ਰੇ ਕਬੀਰ, ਤੂੰ ਪ੍ਰਭੂ ਦੇ ਅੰਮ੍ਰਿਤ ਨੂੰ ਪਾਨ ਕਰ ਹੇ ਕਬੀਰ। ਭਾਵ ਕਿ ਉਹ ਪਰਮੇਸ਼ਰ ਦਾ ਨਾਮ ਜਪ, ਬੰਦਗੀ ਕਰ। ਗੌੜੀ ਕਬੀਰ ਜੀ ਜੋਤ ਕੀ ਜਾਤ, ਜਾਤ ਕੀ ਜੋਤੀ, ਤਿਤ ਲਾਗੇ ਕਚੁਆ ਫਲ ਮੋਤੀ। ਮਹਾਰਾਜ ਜੀ ਕਹਿੰਦੇ ਪ੍ਰਕਾਸ਼ਵਾਨ ਪ੍ਰਭੂ ਦੀ ਰਚਨਾ ਹੈ। ਮਨ ਦੀ ਦਿਸ਼ਾ ਕਾਰਨ ਦੁਨੀਆ ਨੂੰ ਫਲ ਲੱਗਦਾ ਹੈ। ਪ੍ਰਕਾਸ਼ਵਾਨ ਪ੍ਰਭੂ ਦੀ ਰਚਨਾ ਹੈ। ਮਨ ਦੀ ਮਨਸਾ ਕਾਰਨ ਦੁਨੀਆ ਨੂੰ ਫਲ ਲੱਗਦਾ ਹੈ। ਜਿਹੇ ਜੀ ਮਨਸਾ ਹੈ ਉਹ ਜਿਹਾ ਫਲ ਲੱਗਦਾ ਹੈ। ਜੇ ਚੰਗੀ ਮਨਸਾ ਹੈ ਤਾਂ ਚੰਗਾ ਫਲ ਲੱਗੇਗਾ, ਜੇ ਮਨਸਾ ਮਾੜੀ ਆ ਤਾਂ ਮਾੜਾ ਫਲ ਲੱਗੇਗਾ। ਉਸ ਮਨ ਨੂੰ ਮੇਵੇ ਲੱਗਦੇ ਹਨ ਜਿਵੇਂ ਕਿ ਸੁੱਚਾ ਹੀਰਾ ਤੇ ਕੱਚਾ ਕੱਚ ਹੈ। ਕਵਨ ਸੋ ਕਰ ਜੋ ਨਰ ਭਉ ਕਹੀਐ, ਭਉ ਪਜ ਜਾਏ ਪੈ ਹੋਏ ਰਹੀਐ। ਉਹ ਕਿਹੜਾ ਗ੍ਰਹਿ ਹੈ ਜੋ ਬਿਨਾਂ ਡਰ ਦੇ ਆਖਿਆ ਜਾਂਦਾ? ਉਹ ਕਿਹੜਾ ਸਰੀਰ ਹੈ ਜਿਹੜਾ ਬਿਨਾਂ ਡਰ ਤੋਂ ਆਖਿਆ ਜਾਂਦਾ? ਸਾਰਿਆਂ ਦੇ ਅੰਦਰ ਡਰ ਹੈ। ਭਉ ਪਜ ਜਾਏ ਪੈ ਹੋਏ ਰਹੀਐ ਰਹਾਉ। ਜਿੱਥੇ ਡਰ ਦੂਰ ਹੋ ਜਾਂਦਾ ਹੈ ਅਤੇ ਇਨਸਾਨ ਨਿਡਰ ਹੋ ਵਿਚਰਦਾ ਹੈ, ਰਹਾਉ। ਤਟ ਤੀਰਥ ਨਹੀਂ ਮਨ ਪਤਿਆਏ, ਚਾਰ ਅਚਾਰ ਰਹੇ ਉਰਜਾਈ। ਪਵਿੱਤਰ ਪ੍ਰਾਣੀਆਂ ਦੇ ਕਿਨਾਰੇ ਤੇ ਆਤਮਾ ਦੀ ਨਿਸ਼ਾ ਨਹੀਂ ਹੁੰਦੀ। ਪਵਿੱਤਰ ਪ੍ਰਾਣੀਆਂ ਦੇ ਕਿਨਾਰਿਆਂ ਤੇ ਆਤਮਾ ਦੀ ਨਿਸ਼ਾ ਨਹੀਂ ਹੁੰਦੀ। ਚੰਗੇ ਕਰਮਾਂ ਅਤੇ ਮੰਦੇ ਅਮਲਾਂ ਅੰਦਰ ਇਹ ਬੰਦੇ ਉਲਝੇ ਰਹਿੰਦੇ ਨੇ। ਪਾਪ ਪੁੰਨ ਦੋਏ ਇਕ ਸਮਾਨ, ਨਿਜ ਕਰ ਪਾਰਸ ਤਜੋ ਗੁਣ ਆਨ। ਗੁਣ ਅਤੇ ਔਗਣ ਦੋਨੋਂ ਇੱਕ ਬਰਾਬਰ ਹਨ। ਤੇਰੇ ਆਪਣੇ ਧਾਮ ਅੰਦਰ ਕਾਇਆ ਪਲਟ ਦੇਣ ਵਾਲਾ ਵਾਹਿਗੁਰੂ ਹੈ। ਹੋਰ ਕਿਸੇ ਹੋਰ ਪਾਸੋਂ ਨੇਕੀਆਂ ਹਾਸਲ ਕਰਨ ਦਾ ਖਿਆਲ ਛੱਡ ਦੇ, ਅੰਦਰੋਂ ਹੀ ਨੇਕੀਆਂ ਪ੍ਰਗਟ ਹੋਣਗੀਆਂ। ਕਬੀਰ ਨਿਰਗੁਣ ਨਾਮ ਨਾ ਰੋਸ, ਇਸ ਪਰਚਾਏ ਪਰਚ ਰਹੇ ਏਸ। ਆਪਣੀ ਇਸ ਮਨ ਇਸ ਬਹਿਲਾਵੇ ਅੰਦਰ ਬਹਿਲਾਈ ਰੱਖ। ਕਬੀਰ ਜੀਓ ਗੌੜੀ, ਜੋ ਜਨ ਪਰਮਤ ਪਰਮਨ ਜਨਾ,
ਬਾਤਨ ਹੀ ਬੈਕੁੰਠ ਸਮਾਨਾ। ਜਿਹੜਾ ਬੰਦਾ ਬੇਅੰਤਾਜ ਅਤੇ ਅਗਾਧ ਸੁਆਮੀ ਨੂੰ ਨਹੀਂ ਜਾਣਦਾ, ਉਹ ਨਿਰੀਆਂ ਗੱਲਾਂ ਨਾਲ ਹੀ ਸਵਰਗ ਵਿੱਚ ਪ੍ਰਵੇਸ਼ ਕਰਨਾ ਚਾਹੁੰਦਾ। ਜਿਹੜਾ ਵਾਹਿਗੁਰੂ ਪਰਮੇਸ਼ਰ ਨੂੰ ਬੰਦਾ ਨਹੀਂ ਜਾਣਦਾ, ਭਗਤ ਕਬੀਰ ਜੀ ਕਹਿੰਦੇ ਉਹ ਨਿਰੀਆਂ ਗੱਲਾਂ ਨਾਲ ਹੀ ਸੱਚਖੰਡ ਵਿੱਚ ਪ੍ਰਵੇਸ਼ ਕਰਨਾ ਚਾਹੁੰਦਾ ਹੈ। ਗੱਲਾਂ ਦੇ ਨਾਲ ਗੱਲ ਨਹੀਂ ਬਣਨੀ। ਨਾ ਜਾਨਾ ਬੈਕੁੰਠ ਕਹਾਂ ਹੈ, ਜਾਨ ਜਾਨ ਸਭ ਕਰੇ ਤਹਾਂ ਹੀ ਰਹਾਉ। ਮੈਂ ਨਹੀਂ ਜਾਣਦਾ ਕਿ ਸੁਆਮੀ ਦਾ ਭਵਨ ਕਿੱਥੇ ਹੈ। ਹਰ ਕੋਈ ਆਖਦਾ ਹੈ ਕਿ ਉਹ ਉੱਥੇ ਜਾਣਾ ਤੇ ਪਹੁੰਚਣਾ ਚਾਹੀਦਾ ਹੈ। ਕਹੈ ਨ ਕਹਾਵਨ ਨਹੀਂ ਪਤਿਆਈ ਹੈ, ਤੋ ਮਨ ਮਾਨੇ ਜਾਉ ਮੈਂ ਜਈ ਹੈ। ਭਗਤ ਕਬੀਰ ਜੀ ਕਹਿੰਦੇ ਨਿਰੀਆਂ ਗੱਲਾਂ ਬਾਤਾਂ ਨਾਲ ਬੰਦੇ ਦੇ ਮਨ ਦੀ ਤਸੱਲੀ ਨਹੀਂ ਹੁੰਦੀ। ਜਦ ਹੰਕਾਰ ਨਿਵਿਰਤ ਹੋ ਜਾਂਦਾ ਹੈ, ਕੇਵਲ ਤਦ ਹੀ ਮਨ ਦੀ ਨਿਸ਼ਾ ਹੁੰਦੀ ਹੈ। ਜਬ ਲਗ ਮਨ ਬੈਕੁੰਠ ਕੀ ਆਸ, ਤਬ ਲਗ ਹੋਏ ਨਹੀਂ ਚਰਨ ਨਿਵਾਸ। ਜਦ ਤਾਈ ਬੰਦੇ ਦੇ ਚਿੱਤ ਅੰਦਰ ਸੁਰਗ ਦੀ ਇੱਛਾ ਹੈ, ਉਦੋਂ ਤਾਈ ਉਸ ਦਾ ਵਸੇਵਾ ਸੁਆਮੀ ਦੇ ਚਰਨਾਂ ਵਿੱਚ ਨਹੀਂ ਹੁੰਦਾ। ਕਹੈ ਕਬੀਰਾ ਇਹ ਕਹੀਏ ਕਾਹੇ, ਸਾਧ ਸੰਗਤ ਬੈਕੁੰਠੈ ਆਹੀ। ਕਬੀਰ ਜੀ ਆਖਦੇ ਹਨ, ਇਹ ਗੱਲ ਮੈਂ ਕਿਸ ਨੂੰ ਦੱਸਾਂ ਕਿ ਸਤ ਸੰਗਤ ਹੀ ਮਾਲਕ ਦਾ ਮੰਦਰ ਹੈ। ਸਤ ਸੰਗ ਬੈਕੁੰਠੇ ਆਏ। ਕਬੀਰ ਜੀ ਆਖਦੇ ਹਨ, ਇਹ ਗੱਲ ਮੈਂ ਕਿਸ ਨੂੰ ਦੱਸਾਂ ਕਿ ਸਤ ਸੰਗਤ ਹੀ ਮਾਲਕ ਦਾ ਮੰਦਰ ਹੈ। ਸੰਗਤ ਵਿੱਚ ਪਰਮੇਸ਼ਰ ਵਸਦਾ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਉ। ਜਿੱਥੇ ਸੰਗਤਾਂ ਇਕੱਤਰ ਹੋ ਜਾਂਦੀਆਂ ਨੇ, ਇਕੱਠੀਆਂ ਹੋ ਜਾਂਦੀਆਂ ਨੇ, ਨਾਮ ਦੀ ਵਿਚਾਰ ਚੱਲਦੀ ਹੈ, ਕੇਵਲ ਨਾਮ ਦੀ, ਉੱਥੇ ਪਰਮੇਸ਼ਰ ਹਾਜ਼ਰ ਨਾਜ਼ਰ ਹੋ ਜਾਂਦਾ ਹੈ। ਅੱਗੇ ਫਰਮਾਨ ਕਰਦੇ ਨੇ, ਗੌੜੇ ਕਬੀਰ ਜੀ ਉਪਜੈ ਨਿਪਜੈ ਨਿਪਜ ਸਮਾਈ। ਨੈਨੋ ਦੇਖਤੇ ਜਗ ਜਾਏ। ਪ੍ਰਾਣੀ ਜੰਮਦਾ ਹੈ, ਉਹ ਵੱਡਾ ਹੁੰਦਾ ਹੈ ਅਤੇ ਵੱਡਾ ਹੋ ਕੇ ਮਰ ਜਾਂਦਾ ਹੈ। ਬੰਦਾ ਜੰਮਦਾ ਹੈ, ਵੱਡਾ ਹੁੰਦਾ ਹੈ ਅਤੇ ਵੱਡਾ ਹੋ ਕੇ ਮਰ ਜਾਂਦਾ ਹੈ। ਸਾਡੀਆਂ ਅੱਖਾਂ ਦੇ ਸਾਹਮਣੇ ਹੀ ਇਹ ਜਗ ਤੁਰਿਆ ਜਾਂਦਾ ਦਿਸਦਾ। ਆਪਣੀਆਂ ਅੱਖਾਂ ਦੇ ਸਾਹਮਣੇ ਹੀ ਜਗ ਤੁਰਿਆ ਜਾਂਦਾ। ਕਦੇ ਕੋਈ ਮਰ ਗਿਆ, ਕਦੇ ਕੋਈ ਮਰ ਗਿਆ। ਦਿਨ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਮਰਦੇ ਜਾ ਰਹੇ ਨੇ ਦੁਨੀਆ ਦੇ ਵਿੱਚ। ਦੁਨੀਆ ਤੁਰਦੀ ਮਰਦੀ ਜਾ ਰਹੀ ਆ। ਤਾਂ ਅੱਗੇ ਫਰਮਾਨ ਕਰਦੇ ਨੇ, ਲਾਜ ਨਾ ਮਰੋ ਕਹੋ ਕਰ ਮੇਰਾ, ਅੰਤ ਕੀ ਬਾਰ ਨਹੀਂ ਕਿਸ ਤੇਰਾ। ਤੂੰ
ਗ੍ਰਹਿ ਨੂੰ ਆਪਣਾ ਆਖਦਾ ਹੋਇਆ ਸ਼ਰਮ ਨਾਲ ਨਹੀਂ ਮਰਦਾ। ਲਾਜ ਨਾ ਮਰੋ ਕਹੋ ਘਰ ਮੇਰਾ। ਕਹਿੰਦੇ ਕਹਿਣਾ ਵੀ ਮੇਰਾ ਘਰ ਆ, ਮੇਰੀ ਜ਼ਮੀਨ ਆ, ਮੇਰੀ ਕੋਠੀ ਆ, ਮੇਰੀ ਜ਼ਮੀਨ ਜਾਇਦਾਦ ਆ। ਭਗਤ ਕਬੀਰ ਜੀ ਕਹਿੰਦੇ ਲਾਜ ਨਾ ਮਰੋ ਕਹੋ ਘਰ ਮੇਰਾ। ਕਹਿੰਦੇ ਜਦੋਂ ਤੂੰ ਸਮਝਦਾ ਵੀ ਆ ਘਰ ਮੇਰਾ, ਆ ਕੁਝ ਮੇਰਾ ਹੈ, ਆਖਦਾ ਹੋਇਆ ਸ਼ਰਮ ਨਾਲ ਨਹੀਂ ਮਰਦਾ। ਅਖੀਰ ਦੇ ਵੇਲੇ ਤੇਰਾ ਕੁਝ ਵੀ ਨਹੀਂ, ਅਖੀਰ ਦੇ ਵੇਲੇ ਤੇਰਾ ਕੁਝ ਵੀ ਨਹੀਂ ਹੈ। ਰਹਾਓ ਅਨਕ ਜਤਨ ਕਰ ਕਾਇਆ ਪਾਲੀ, ਮਰਤੀ ਬਾਰ ਅਗਨ ਸੰਗ ਜਾਲੀ। ਅਨੇਕਾਂ ਉਪਰਾਲਿਆਂ ਨਾਲ ਇਹ ਸਰੀਰ ਪਾਲਿਆ ਪੋਸਿਆ ਜਾਂਦਾ। ਕਿੰਨੇ ਉਪਰਾਲੇ ਕਰਦੇ ਆ ਬਈ ਸਰੀਰ ਨੂੰ ਪਾਲਣ ਪੋਸਣ ਵਾਸਤੇ। ਬੜੇ ਉਪਰਾਲਿਆਂ ਦੇ ਨਾਲ, ਬੜੇ ਤਰੀਕਿਆਂ ਦੇ ਨਾਲ ਇਸ ਸਰੀਰ ਨੂੰ ਸਾਂਭ ਕੇ ਰੱਖਦੇ ਆ, ਪਾਲਦੇ ਪੋਸਦੇ ਆ। ਪਰ ਮਰਨ ਦੇ ਵੇਲੇ ਅੱਗ ਨਾਲ ਸਾੜ ਦਿੱਤਾ ਜਾਂਦਾ ਹੈ। ਆਖੋ ਸਤਨਾਮ। ਇਹੀ ਹੈ ਨਾ, ਕਿੰਨੇ ਵਧੀਆ ਢੰਗ ਦੇ ਨਾਲ, ਤਰੀਕੇ ਦੇ ਨਾਲ ਇਹ ਸਰੀਰ ਨੂੰ ਪਾਲਿਆ ਪਲੋਸਿਆ। ਆਖਰਕਾਰ ਅੱਗ ਨਾਲ ਸਾੜ ਦਿੱਤਾ ਜਾਂਦਾ। ਸਾਰੀ ਜ਼ਿੰਦਗੀ ਬੰਦਾ ਕਮਾਈਆਂ ਕਰਦਾ ਮਰ ਜਾਂਦਾ। ਜਿਨ੍ਹਾਂ ਲਈ ਕਮਾਈਆਂ ਕਰਦਾ ਮਰ ਜਾਂਦਾ ਨਾ, ਉਹੀ ਤੇਲ ਪਾ ਪਾ ਕੇ ਫੂਕਦੇ ਨੇ। ਆਖੋ ਸਤਨਾਮ। ਜਿਹੜੇ ਗਿਆਨਵਾਨ ਨੇ ਨਾ, ਗਿਆਨਵਾਨ, ਉਹ ਕਦੇ ਵੀ ਤੇਲ ਨਹੀਂ ਪਾਉਂਦੇ ਚਿਖਾ ਦੇ ਉੱਤੇ। ਹੋਰ ਚੀਜ਼ ਜਿਵੇਂ ਚੀਨੀ ਵਰਤ ਲੈਂਦੇ ਨੇ, ਚੀਨੀ ਦੇ ਨਾਲ ਲੱਕੜਾਂ ਨੂੰ ਅੱਗ ਲੱਗ ਜਾਂਦੀ ਹੈ। ਪਰ ਜਿਹੜੇ ਗਿਆਨਵਾਨ ਹੋਣਗੇ ਉਹ ਕਦੇ ਵੀ ਮਿਰਤਕ ਦੇਹ ਦੇ ਉੱਪਰ ਆਲੇ ਦੁਆਲੇ ਉਹ ਤੇਲ ਨਹੀਂ ਪਾਣਗੇ। ਸਾਨੂੰ ਬਾਪੂ ਨੇ ਵੱਡੀਆਂ ਵੱਡੀਆਂ ਕੋਠੀਆਂ ਬਣਾ ਕੇ ਦਿੱਤੀਆਂ, ਜ਼ਮੀਨਾਂ ਜਾਇਦਾਦਾਂ ਬਣਾ ਕੇ ਦਿੱਤੀਆਂ, ਘਰ-ਬਾਰ ਬਣਾ ਕੇ ਦਿੱਤੇ। ਅਸੀਂ ਪਾਲਿਆ ਪਲੋਸਿਆ, ਭਾਵੇਂ ਬੱਚਾ ਹੈ, ਕੋਈ ਬੱਚੀ ਹੈ, ਲੜਕਾ ਲੜਕੀ ਆ, ਚੜ੍ਹਦੀ ਉਮਰ ਦੇ ਵਿੱਚ ਚੜ੍ਹਾਈ ਕਰ ਜਾਂਦੇ ਨੇ। ਅਖੀਰ ਨੂੰ ਜਿਹਨੂੰ ਇੰਨੇ ਪਿਆਰਾਂ ਦੇ ਨਾਲ ਪਾਲਿਆ ਪਲੋਸਿਆ ਹੁੰਦਾ, ਦੁੱਧ ਮੱਖਣਾਂ ਦੇ ਨਾਲ, ਖੁਰਾਕਾਂ ਦੇ ਨਾਲ, ਉਸੇ ਨੂੰ ਇੱਕ ਦਿਨ ਗੁਰਮੁਖ ਪਿਆਰੇ ਲੱਕੜਾਂ ਦੇ ਉੱਤੇ ਸਾੜਨਾ ਪੈਂਦਾ ਹੈ। ਭਗਤ ਕਬੀਰ ਜੀ ਕਹਿੰਦੇ ਉਹ ਦੇਹ ਨੂੰ ਇੱਕ ਦਿਨ ਸਾੜ ਦਿੱਤਾ ਜਾਂਦਾ ਹੈ। ਅੱਗੇ ਸੁਣੋ ਕੀ ਕਹਿੰਦੇ ਨੇ। ਚੋਆ ਚੰਦਨ ਮਰਦਨ ਅੰਗਾ, ਸੋ ਤਨ ਜਲੈ ਕਾਟ ਕੇ ਸੰਗਾ। ਕਹਿੰਦੇ ਉਹ ਸਰੀਰ ਜਿਸ ਦੇ ਭਾਗਾਂ ਨੂੰ ਤੂੰ ਚੰਨਣ ਦਾ ਅਤਰ ਮਲਦਾ ਸੀ, ਉਹ ਸਰੀਰ ਜਿਹਨੂੰ ਚੰਗਾ ਚੰਗਾ ਤੂੰ ਸੈਂਟ ਲਾਉਂਦਾ ਸੀ, ਅਤਰ ਮਲਦਾ ਸੀ, ਸਾਜ ਸਵਾਰ ਕੇ ਰੱਖਦਾ ਸੀ, ਸਾਰੇ ਸਰੀਰ ਨੂੰ ਸ਼ਿੰਗਾਰਦਾ ਸੀ। ਸੋ ਤਨ ਜਲੈ ਕਾਟ ਕੇ ਸੰਗਾ। ਕਹਿੰਦੇ ਲੱਕੜਾਂ ਨਾਲ ਉਹ ਜਿੰਦ ਮੱਚ ਜਾਂਦੀ ਹੈ। ਉਹ ਸਰੀਰ, ਉਹ ਦੇਹ, ਉਹ ਲੱਕੜਾਂ ਦੇ ਉੱਤੇ ਰੱਖ ਕੇ ਅੱਗ ਲਾ ਕੇ ਮਚਾ ਦਿੱਤੀ ਜਾਂਦੀ ਹੈ। ਕਹੇ ਕਬੀਰ ਸੁਨੋ ਰੇ ਗੁਨੀਆਂ, ਬਿਨ ਸੋ ਕੇ ਰੂਪ ਦੇਖੇ ਸਭ ਦੁਨੀਆ। ਕਬੀਰ ਜੀ ਆਖਦੇ ਹਨ, ਕਹਿੰਦੇ ਮੇਰੀ ਗੱਲ ਸੁਣੋ, ਹੇ ਨੇਕ ਬੰਦਿਓ, ਮੇਰੀ ਗੱਲ ਸੁਣੋ। तेरी सुंदरता नाश हो जाएगी, ये सारा जहान देखदा होएगा। आज जिहड़ी शरीर दी सुंदरता ना एक दिन इन्ने नाश हो जाना ते सारे देखदी रह जांदे ने। आखो सतनाम।
ਗੌੜੇ ਕਬੀਰ ਜੀ, ਭਗਤ ਕਬੀਰ ਜੀ ਗੁਰਬਾਣੀ ਦੇ ਵਿੱਚ ਫਰਮਾਨ ਕਰਦੇ ਨੇ, ਆਬਰ ਮੁਏ ਕਿਆ ਰੋਈਐ ਸੋਗ ਕਰੀਜੈ, ਤੋ ਕੀਜੈ ਜੋ ਆਪਣ ਜੀਜੈ। ਜਦ ਹਰ ਕੋਈ ਮਰਦਾ ਹੈ, ਜਦ ਹਰ ਕੋਈ ਮਰਦਾ ਹੈ, ਤੂੰ ਕਿਉਂ ਸੋਗ ਕਰਦਾ ਹੈ। ਭਗਤ ਕਬੀਰ ਜੀ ਕਹਿੰਦੇ ਸੋਗ ਨਹੀਂ ਕਰਨਾ ਚਾਹੀਦਾ। ਉਦੋਂ ਕਿਉਂ ਸੋਗ ਕਰਦਾ ਹੈ? ਤਾਂ ਕਰ ਜੇ ਤੂੰ ਖੁਦ ਜਿਉਂਦਾ ਰਹਿਣਾ ਹੈ ਤੇ ਤਾਂ ਆਪ ਮਰਨਾ ਹੈ। ਤੋ ਕੀਜੈ ਜੋ ਆਪਨ ਜੀਜੈ, ਤਾਂ ਤੂੰ ਸੋਗ ਕਰ ਜੇ ਤੂੰ ਖੁਦ ਜਿਉਂਦਾ ਰਹਿਣਾ ਹੈ ਤੂੰ ਤਾਂ ਆਪ ਮਰਨਾ ਹੈ। ਲੋਕ ਇਹ ਸਮਝਦੇ ਨੇ ਮੈਂ ਨਾ ਮਰਬੋ, ਮਰਬੋ ਸੰਸਾਰਾ। ਇਹ ਸਮਝਦਾ ਵੀ ਮੈਂ ਨਹੀਂ ਮਰਦਾ ਤਾਂ ਹੋਰ ਹੀ ਮਰੀ ਜਾਂਦੇ ਨੇ। ਅੱਗੇ ਸੁਣੋ, ਮੈਂ ਨਾ ਮਰਬੋ, ਮਰਬੋ ਸੰਸਾਰਾ, ਅਬ ਮੋਹਿ ਮਿਲਿਓ ਹੈ, ਜੀਆਵਣ ਹਾਰਾ ਰਹਾਓ। ਮੈਂ ਉਸ ਤਰ੍ਹਾਂ ਨਹੀਂ ਮਰਾਂਗਾ ਜਿਸ ਤਰ੍ਹਾਂ ਜੱਗ ਮਰਦਾ, ਆਪਣੇ ਆਪ ਨੂੰ ਸਮਝਦਾ ਹੈ, ਕਿਉਂਕਿ ਮੈਂ ਹੁਣ ਸੁਰਜੀਤ ਕਰਨ ਵਾਲੇ ਸਾਹਿਬ ਨੂੰ ਮਿਲ ਪਿਆ ਹਾਂ। ਈਆਂ ਦੇਹੀ ਪਰਮਲ ਮੈਂ ਕੰਦਾ, ਤਾਂ ਸੁਖ ਬਿਸਰੇ ਪਰਮਾਨੰਦਾ। ਬੰਦਾ ਇਸ ਸਰੀਰ ਨੂੰ ਚੰਦਨ ਨਾਲ ਮਹਿਕਾਉਂਦਾ ਹੈ। ਚੰਦਨ ਦਾ ਸੈਂਟ ਲਾਉਂਦਾ, ਵਧੀਆ ਸੁਗੰਧਾਂ ਵਾਲੇ, ਵਧੀਆ ਸਾਬਣਾ, ਵਧੀਆ ਇਸ ਸਰੀਰ ਨੂੰ ਮਹਿਕਾਉਂਦਾ ਹੈ ਅਤੇ ਉਸ ਖੁਸ਼ੀ ਅੰਦਰ ਉਹ ਮਹਾਨ ਪ੍ਰਸੰਨਤਾ ਭੁੱਲ ਜਾਂਦਾ। ਉਹ ਸਰੀਰ ਨੂੰ ਮਹਿਕਾਉਣ ਅੰਦਰ ਉਹ ਮਹਾਨ ਪ੍ਰਸੰਨਤਾ ਨੂੰ ਭੁੱਲ ਜਾਂਦਾ ਹੈ, ਭਾਵ ਕਿ ਪਰਮੇਸ਼ਰ ਨੂੰ ਵਿਸਾਰ ਦਿੰਦਾ ਹੈ। ਕੁਆਟਾ ਏਕ ਪੰਚ ਪਨਿਹਾਰੀ, ਟੂਟੀ ਲਾਜ ਪਰੈ ਮਤ ਹਾਰੀ। ਭਗਤ ਕਬੀਰ ਜੀ ਕਹਿੰਦੇ ਖੂਹ ਇੱਕ ਹੈ ਅਤੇ ਪੰਜ ਪਾਣੀ ਭਰਨ ਵਾਲੇ ਹਨ। ਕੁਆਟਾ ਏਕ ਪੰਚ ਪਨਿਹਾਰੀ। ਕੁਆਟਾ ਆਖਿਆ ਖੂਹ ਨੂੰ, ਕਹਿੰਦੇ ਖੂਹ ਇੱਕ ਹੈ ਪਰ ਪਾਣੀ ਭਰਨ ਵਾਲੇ ਪੰਜ ਨੇ। ਟੁੱਟੀ ਲਾਜ, ਲਾਜ ਕਹਿੰਦੇ ਨੇ ਲੱਜ ਨੂੰ, ਭਰੈ ਮਤ ਹਾਰੀ, ਕਹਿੰਦੇ ਟੁੱਟੇ ਹੋਏ ਰੱਸੇ ਨਾਲ ਮੂਰਖ ਬੰਦੇ ਪਾਣੀ ਭਰੀ ਜਾਂਦੇ ਨੇ। ਰੱਸਾ ਟੁੱਟਿਆ ਹੋਇਆ, ਮੂਰਖ ਬੰਦੇ ਪਾਣੀ ਭਰੀ ਜਾਂਦੇ ਹਨ। ਕਹਿ ਕਬੀਰ ਇੱਕ ਬੁੱਧ ਵਿਚਾਰੀ, ਨਾ ਉਹ ਕੁਆਟਾ ਨਾ ਪਨਿਹਾਰੀ। ਕਬੀਰ ਜੀ ਆਖਦੇ ਹਨ ਕਿ ਸੋਚ ਵਿਚਾਰ ਰਾਹੀਂ ਮੈਨੂੰ ਇੱਕ ਸਮਝ ਆ ਗਈ ਹੈ। ਮੇਰੇ ਲਈ ਹੁਣ ਨਾ ਉਹ ਖੂਹ ਹੈ ਤੇ ਨਾ ਹੀ ਉਹ ਪਾਣੀ ਭਰਨ ਵਾਲੇ ਹੈ। ਗੌੜੇ ਕਬੀਰ ਜੀ ਅਸਥਾਬਰ ਜੰਗਮ ਕੀਟ ਪਤੰਗਾ, ਅਨਕ ਜਨਮ ਕੀਏ ਬਹੁ ਰੰਗਾ। ਕਹਿੰਦੇ ਟਿਕੇ ਰਹਿਣ ਵਾਲੇ ਅਤੇ ਲੱਤਾਂ ਵਾਲੇ ਜੀਵ, ਕੀੜੇ ਮਕੌੜੇ ਤੇ ਪਰਵਾਨੇ, ਜਿਨ੍ਹਾਂ ਸਭ ਅਨੇਕਾਂ ਜਨਮਾਂ ਦੀਆਂ ਅਨੇਕਾਂ ਸ਼ਕਲਾਂ ਨੂੰ ਮੈਂ ਧਾਰਨ ਕੀਤਾ।
ਆ ਜਿੰਨੀਆਂ ਕਹਿੰਦੇ ਕੀੜੇ ਮਕੌੜੇ ਪਰਵਾਨੇ, ਇਹ ਜੀਵ, ਇਹ ਜੂਨਾ, ਜਿਨ੍ਹਾਂ ਸਭ ਅਨੇਕਾਂ ਜਨਮਾਂ ਦੀਆਂ ਸਕਲਾਂ, ਭਾਵ ਕਿ 84 ਇੱਕ ਘੱਟ 84 ਲੱਖ ਜੂਨ ਇਹ ਸਾਰੀਆਂ ਧਾਰਨ ਕੀਤੀਆਂ ਨੇ, ਸਾਰੀਆਂ ਜੂਨਾਂ ਦੇ ਵਿੱਚ ਘੁੰਮ ਕੇ ਆਇਆ। ਅੱਗੇ ਸੁਣੋ ਕੀ ਕਹਿੰਦੇ ਨੇ ਲਾਸਟ ਪੰਕਤੀਆਂ, ਫਿਰ ਸਮਾਪਤੀ ਕਰੀਏ। ऐसे कर हम बहुत बसाए, जब हम राम गर्भ हुए आए। रहाओ भगत कबीर जी कहते इहो जहियां बहुतियां घरां अंदर निवास कीता, जिवें मैं अपनी माता दे पेट विच पाया गया सां, इस तरह होर जुनिया दे सप दियां जुनियां किन्नियां जुनियां ने, कई जन्म पै कीट पतंगा, कई जन्म गज मीन करंगा, कई जन्म पंखी बिरख होयो, किन्नियां नेकां तरह दे जूनां ने। कहंदे सारियां जूनां दे विच जिवें माता दे पेट दे विच पाया गया, इसे तरह होर जूनां दे पेट दे विच भी पाया गया, सारियां जूनां दे विच घुम के आया है। जोगी जति तपी ब्रह्मचारी, कबू ना राजा सत्रपत कबू भिखारी। मैं कदे जोगी सती तपीसर परहेजगार बनिया, कदे मैं तख्त दा स्वामी पातशाह बनिया, ते कदे मंगता बनिया। कदे तां मंगता बन के पैदा होया, कदे राजा बन के पैदा होया। साकत मरहे जंत सब जीवे, राम रसायन रसना पीवे। महाराज जी कहते माया दे उपासक मर जाणगे, परंतु साधु सारे जिउंदे रहणगे। माया दे उपासक मर जाणगे, परंतु साधु सारे जिउंदे रहणगे। साकत मरहे संत सब जीवे, राम रसायन रसना पीवे। अते अपनियां जीभां नाल प्रभु दे अंमृत नूं पान करनगे। कहे कबीर प्रभ किरपा कीजै, हार परे अब पूरा दीजै। हार परे अब पूरा दीजै। भगत कबीर जी आखदे हन, मेरे मालक मेरे उत्ते मेहरबानी कर, मैं हंब गया हाँ, हुण मैनू पूर्णता बख्श दे। हुण मैनू किरपा कर दे, पूर्णता बख्श दे, मैं हंब हार गया हाँ। सो आओ बाकी विचारा करांगे कल नूं गुरबाणी पढ़दे सुनदे कोलों एक नहीं नेका ही प्रकार दी गलती भुल्लां चुका हो जांदियां ने। संगतां सतगुरु जी बख्शनहार हन, अगों बात ते सिर ते मेरा व्रत रख के सुध स्पष्ट गुरबाणी पढ़न दी, सेवा करन दी, कथा कीर्तन करन दी सोझी आ जाए। लोक सुखीए परलोक सहेले, नानक हर प्रभ आपे मिले। आईयां संगतां दा बहुत बहुत धन्नवाद जो लाइव फेसबुक ते यूट्यूब दे उपर देख रहे हैं, उन्हां दा भी सारिआं दा धन्नवाद। सतगुरु महाराज जी आप जी दा कोटन कोट धन्नवाद। तुसीं सानूं निमाणिआं नूं नताणिआं नूं चरनां दे विच बैठण दे सुभाग समय बख्शिश कीते, आप जी दा कोटन कोट धन्नवाद। अज देखदिआं सेवावां सरदार सुरिंदर सिंह जी प्रधान गुरुद्वारा साहिब, इन्हां परिवार वल्लों देखदिआं सेवावां हाज़र ने। आओ हुण श्लोक दे विच बोलीए।
अरदास हुकमनामा साहिब कड़ा प्रसाद देगा लै करके फिर आपको अपने कारोबार करने लोक सुखीए परलोक सहेले नानक हर प्रभ आपे मिले। श्लोक पवन